Hello students, today we will discuss about nuclear fission, nuclear reactor and nuclear fusion. ठीक है, वैसे मैं तुहानू ब्रीफली स्टडी करवाई दिता सी भी फिजन एंड फ्यूजन की हुंदा गा, बट अज मैं तुहानू थोड़ा जिहा एक्सप्लेन करूँगी फिजन एंड फ्यूजन आपां किस तरह एक्सप्लेन कर सकते हैं. ओके बेटा, ये अपना लैक्चर 6th है, आपां 5th लैक्चर तक कर चुके हैं. आई होप यू विल अंडरस्टैंड these videos. न्यूक्लियर फिजन एंड फ्यूजन ਨੂੰ डिस्कस ਕਰਨ ਤੋਂ ਪਹਿਲਾਂ ਆਪਾਂ ਨਿਊਕਲੀਅਰ ਰਿਐਕਸ਼ਨ ਬਾਰੇ ਪੜ੍ਹਦੇ ਹਾਂ. ਫਸਟਲੀ ਵੀ ਵਿਲ ਡਿਸਕਸ ਅਬਾਊਟ ਨਿਊਕਲੀਅਰ ਰਿਐਕਸ਼ਨ. ਨਿਊਕਲੀਅਰ ਰਿਐਕਸ਼ਨ ਕੀ ਹੁੰਦਾ ਹੈ? ਨਿਊਕਲੀਅਰ ਰਿਐਕਸ਼ਨ ਕਿਹਦੇ ਵਿੱਚ ਹੁੰਦੇ ਹੋਣਗੇ? ਸਿੰਪਲੀ ਵਿਦ ਦਿਸ ਨਿਊਕਲੀਅਰ ਰਿਐਕਸ਼ਨ ਦੇਖਣ ਦੇ ਲਈ ਆਪਾਂ ਨੂੰ ਕਿਤੇ ਫੋਕਸ ਕਰਨਾ ਪਊਗਾ? ਨਿਊਕਲੀਅਸ ਦੇ ਉੱਪਰ ਫੋਕਸ ਕਰਨਾ ਪਊਗਾ, क्योंकि न्यूक्लियस दे विच ही न्यूक्लियर रिएक्शनस होंदे आ. क्लीयर? ये न्यूक्लियर रिएक्शन दो तरह दे आ मेनली. वन इज़ न्यूक्लियर फिजन एंड अदर वन इज़ न्यूक्लियर फ्यूजन. न्यूक्लियर फिजन दे नाम तो ही पता लगता भी इहदे विच न्यूक्लियस टुटदा होगा. हैवी न्यूक्लियर इज़ ब्रोकन डाउन इनटू द लाइटर न्यूक्लियर. ठीक है. फ्यूजन मतलब कि फ्यूज होना, मतलब लाइटर न्यूक्लियाई दो या दो तो बाद लाइटर न्यूक्लियाई टू और मोर देन टू न्यूक्लियाई लाइटर न्यूक्लियाई कंबाइन होंदे ने. दैन जो कंबाइन होंदे ने दैन दे मर्ज इनटू द हैवीयर न्यूक्लियाई. क्लीयर होया? मतलब न्यूक्लियर फिजन वो फिजन होंदी है जिहदे विच आपां हैवी न्यूक्लियस नूं तोड़दे हां. दैट्स मीन हैवी न्यूक्लियस इनटू लाइटर. हैवीयर मतलब Z ग्रेटर दैन 230, मतलब ਇਹਦਾ एटॉमिक नंबर ग्रेटर दैन 230 होगा. दैन वो हैवी न्यूक्लियाई किच टुटूगा? लाइटर न्यूक्लियाई ਦੇ ਵਿੱਚ ਟੁੱਟੂ, ਉਹਨੂੰ हैवी बोलते हैं. एंड न्यूक्लियर फिजन मीनस फ्यूजन मीनस लाइटर ਨੂੰ ਜੋੜਾਂਗੇ दैन हैवीयर ਦੇ ਵਿੱਚ ਚੇਂਜ ਕਰਾਂਗੇ. ज़्यादा आप इस वीडियो ਦੇ ਵਿੱਚ न्यूक्लियर फिजन ਤੇ नोट करांगे क्योंकि फिजन ਤੇ ज़्यादा क्वेश्चन बनते हैं. ओके बेटा, बट इन्हां दोनों केसिस दे विच चाहे फिजन होंदी है, चाहे ब्रेकिंग होंदी है, चाहे कंबीनेशन होंदी है, एनर्जी निकलती है बहुत ज़्यादा. एनॉर्मस अमाउंट की एनर्जी निकलती है, ट्रैमेंडियस एनर्जी निकलती है. हुण तुसीं देखोगे भी वो एनर्जी आपां क्यों गैट करते हैं. वाई वी विल गैट ट्रैमेंडियस एनर्जी इन द बोथ केसिस. हुण तुसीं जे प्रीवियस वीडियो देखी हुई है ना बाइंडिंग एनर्जी वाली, दैन तुहानूं टॉपिक समझ आ जाना. ਉਹ 'ਚ मैंने तुहानूं की दस्सिया सी भी जिहड़ा अपना न्यूक्लियस है ਉਹਦਾ ਜਿਹੜਾ ਜਦੋਂ ਆਪਾਂ ਮਾਸ ਸਪੈਕਟਰੋ ਥਰੂ ਦੇਖਿਆ ਸੀ, ਸਪੈਕਟਰੋਗ੍ਰਾਮ ਗ੍ਰਾਫ ਦੇ ਥਰੂ ਦੇਖਿਆ, ਸਪੈਕਟਰੋਮੀਟਰ ਦੇ ਥਰੂ ਦੇਖਿਆ ਸੀ, ਉਹਦਾ ਮਾਸ 18 ਆ ਰਿਹਾ ਸੀ ਜਸਟ ਐਜ਼ ਐਨ ਐਗਜ਼ਾਮਪਲ. ਬਟ ਆਪਾਂ ਨੂੰ ਪਤਾ ਵੀ ਆ ਵੀ ਜਿਹੜਾ ਨਿਊਕਲੀਅਸ ਆ ਇਟ ਇਜ਼ ਮੇਡ ਅਪ ਆਫ ਟੂ ਪਾਰਟੀਕਲ, ਵਨ ਇਜ਼ ਪ੍ਰੋਟੋਨ ਐਂਡ ਅਦਰ ਵਨ ਇਜ਼ ਨਿਊਟਰੋਨ. ਪ੍ਰੋਟੋਨ ਦਾ ਮਾਸ ਆਪਾਂ ਨੇ 10 ਲਿਆ ਸੀ ਐਂਡ ਨਿਊਟਰੋਨ ਦਾ ਮਾਸ 10 ਲਿਆ ਸੀ, ਹੈ ਨਾ. ਥਿਓਰੈਟੀਕਲ ਤਾਂ ਆਪਾਂ ਦੇਖੀਏ ਵੀ ਨਿਊਕਲੀਅਸ ਦਾ ਮਾਸ 20 ਆਉਣਾ ਚਾਹੀਦਾ, ਬਟ ਉਹ ਕਿੰਨਾ ਆ ਰਿਹਾ ਸੀ 18 ਜਦੋਂ ਆਪਾਂ ਸਪੈਕਟਰੋਮੀਟਰ ਦੇ ਥਰੂ ਦੇਖਿਆ ਸੀ. ਤਾਂ ਫਿਰ ਮੈਨੇ ਕਿਹਾ ਸੀਗਾ ਵੀ ਇਹ ਕੀ ਹੈ? ਇਟ ਇਜ਼ ਆ ਡਿਫਰੈਂਸ ਆਫ ਮਾਸ. ਇੱਕ ਡਿਫਰੈਂਸ ਆ ਮਾਸ ਦਾ ਜਿਹਦੇ ਵਿਦ ਰਿਸਪੈਕਟ ਆਪਣੇ ਕੋਲ ਜਦੋਂ ਆਪਾਂ ਮਾਸ ਸਪੈਕਟਰੋਮੀਟਰ ਦੇ ਥਰੂ ਉਹਨੂੰ ਮੈਜ਼ਰ ਕਰਦੇ ਹਾਂ, ਦੈਟਸ ਮੀਨ ਦੈਨ ਆਪਣੇ ਕੋਲ ਕਿੰਨਾ ਰਹਿ ਜਾਂਦਾ? 18 ਰਹਿ ਜਾਂਦਾ. ਇਹਨੂੰ ਹੀ ਆਪਾਂ ਨੇ ਮਾਸ ਡਿਫੈਕਟ ਬੋਲਿਆ ਸੀ. ਹੁਣ ਮਾਸ ਡਿਫੈਕਟ ਬੋਲਤਾ ਆਪਾਂ ਨੇ. ਫਿਰ ਮੈਂ ਤੁਹਾਨੂੰ ਕੀ ਕਿਹਾ ਸੀਗਾ ਵੀ ਜੇ ਆਪਾਂ ਨੇ ਇਸ ਨਿਊਕਲੀਅਸ ਨੂੰ ਬ੍ਰੇਕ ਕਰਨਾ ਹੈ ਦੈਨ ਆਪਾਂ ਨੂੰ ਉਹ 2 ਅਮਾਊਂਟ ਦੀ ਐਨਰਜੀ ਕਿਤੋਂ ਲੈ ਕੇ ਆਉਣੀ ਪਊ ਜਿਹੜੀ ਏਅਰ ਦੇ ਵਿੱਚ ਚਲੀ ਗਈ. ਦੈਨ ਉਹ ਇਹ ਗ੍ਰੈਬ ਕਰੂਗਾ. ਜਦੋਂ ਗ੍ਰੈਬ ਕਰੂਗਾ ਦੈਨ ਆਪਣੇ ਕੋਲ 20 ਅਮਾਊਂਟ ਦੀ ਐਨਰਜੀ ਰਹਿ ਜੂਗੀ. 20 ਅਮਾਊਂਟ ਦੀ ਐਨਰਜੀ ਦੇ ਨਾਲ ਮਾਸ ਦੇ ਨਾਲ ਇਹ ਜਿਹੜਾ ਹੈਵੀ ਨਿਊਕਲੀਆਈ ਆ ਉਹ ਬ੍ਰੇਕ ਹੋ ਜੂਗਾ. ਉਹ ਬ੍ਰੇਕ ਕਿਹੜੀ ਐਨਰਜੀ ਕਰਕੇ ਹੋਇਆ? ਡਿਊ ਟੂ ਦਾ ਬਾਈਂਡਿੰਗ ਐਨਰਜੀ. ਮਤਲਬ ਬਾਈਂਡਿੰਗ ਐਨਰਜੀ ਦੇ ਵਿਦ ਰਿਸਪੈਕਟ ਨਿਊਕਲੀਅਸ ਨੂੰ ਆਪਾਂ ਤੋੜ ਸਕਦੇ ਹਾਂ. ਬਾਈਂਡਿੰਗ ਐਨਰਜੀ ਦੇ ਵਿਦ ਰਿਸਪੈਕਟ ਆਪਾਂ ਟ੍ਰੈਮੈਂਡੀਅਸ ਅਮਾਊਂਟ ਆਫ ਐਨਰਜੀ ਗੈਟ ਕਰਦੇ ਹਾਂ. ਤਾਂ ਤੁਹਾਨੂੰ ਜੇ ਕੰਪੀਟੀਟਿਵ ਐਗਜ਼ਾਮਸ ਦੇ ਵਿੱਚ ਜਾਂ ਫਿਰ MCQs ਦੇ ਵਿੱਚ ਕੁਐਸਚਨ ਆ ਜਾਵੇ ਵੀ ਆਪਾਂ ਟ੍ਰੈਮੈਂਡੀਅਸ ਐਨਰਜੀ ਕਿਉਂ ਗੈਟ ਕਰਦੇ ਹਾਂ, ਦੈਨ ਡਿਊ ਟੂ ਦਾ ਬਾਈਂਡਿੰਗ ਐਨਰਜੀ. ਤੁਸੀਂ ਇਸ ਤਰ੍ਹਾਂ ਲਿਖ ਸਕਦੇ ਹੋ, ਸਿੰਪਲ ਕੁਐਸਚਨ. ਓਕੇ ਜੀ. ਨੈਕਸਟ ਹੁਣ ਆਪਣੇ ਕੋਲ ਕੀ ਆਇਆ? ਜਦੋਂ ਆਪਾਂ ਨੇ ਹੈਵੀ ਨਿਊਕਲੀਆਈ ਨੂੰ ਤੋੜਨਾ ਹੁੰਦਾ ਹੈ ਇਨਟੂ ਲਾਈਟਰ ਨਿਊਕਲੀਆਈ. ਪਹਿਲਾਂ ਨਾ ਨਿਊਕਲੀਅਰ ਫਿਜ਼ਨ ਸਮਝਾਉਂਗੀ ਮੈਂ ਚੰਗੀ ਤਰ੍ਹਾਂ, ਫਿਰ ਫਿਊਜ਼ਨ 'ਤੇ ਜਾਵਾਂਗੇ. ਨਿਊਕਲੀਅਰ ਫਿਜ਼ਨ ਕੀ ਹੈ? ਨਿਊਕਲੀਅਰ ਫਿਜ਼ਨ ਕੀ ਹੈ? ਨਿਊਕਲੀਅਰ ਫਿਜ਼ਨ ਆਪਾਂ ਨੂੰ ਪਤਾ ਲੱਗ ਗਿਆ ਵੀ ਵੈਨ ਹੈਵੀ ਨਿਊਕਲੀਆਈ
is broken down into the lighter nuclei is known as nuclear fission, and we will also get tremendous amount of energy in the nuclear fission, है ना। बट ਇਹਦੇ ਵਿੱਚ ਕੀ ਹੁੰਦਾ, ਜਿਹੜਾ ਨਿਊਕਲੀਅਰ ਫਿਜ਼ਨ ਹੈ ਇਹ ਵੀ ਨਿਊਕਲੀਅਸ 'ਚ ਹੀ ਹੋਣਾ, ਨਿਊਕਲੀਅਰ ਫਿਊਜ਼ਨ ਵੀ ਨਿਊਕਲੀਅਸ 'ਚ ਹੀ ਹੋਣਾ। ਹੁਣ ਇਹਦੇ ਵਿੱਚ ਕੀ ਹੈ ਆਪਣੇ ਕੋਲ, ਸਿੰਪਲੀ ਕੀ ਹੈ ਆਪਣੇ ਕੋਲ, ਆਪਾਂ ਨਾ ਇਹਦੇ ਵਿੱਚ ਨਿਊਟਰੋਨ ਨੂੰ ਲੈਂਦੇ ਹਾਂ ਨਿਊਕਲੀਅਰ ਫਿਜ਼ਨ ਕਰਨ ਦੇ ਲਈ ਨਾ, ਨਿਊਕਲੀਅਸ ਨੂੰ ਤੋੜਨ ਦੇ ਲਈ ਨਿਊਟਰੋਨ ਲੈਂਦੇ ਹਾਂ। ਹੁਣ ਤੁਸੀਂ ਸੋਚੋਗੇ ਵੀ ਨਿਊਟਰੋਨ ਕਿਉਂ ਲੈਂਦੇ ਹਾਂ, ਵੀ ਨਿਊਕਲੀਅਸ ਨੂੰ ਤੋੜਨ ਦੇ ਲਈ ਆਪਾਂ ਨਿਊਟਰੋਨ ਹੀ ਕਿਉਂ ਲੈਂਦੇ ਹਾਂ। ਨਿਊਟਰੋਨ ਕਿਉਂ ਲੈਂਦੇ ਹਾਂ, ਹਾਂਜੀ ਮੈਂ ਤੁਹਾਨੂੰ ਦੱਸ ਰਹੀ ਸੀਗੀ ਵੀ ਜਦੋਂ ਵੀ ਆਪਾਂ ਨੇ ਹੈਵੀ ਨਿਊਕਲੀਆਈ ਨੂੰ ਤੋੜਨਾ ਹੈ ਦੈਨ ਆਪਾਂ ਨਿਊਟਰੋਨ ਲੈਂਦੇ ਹਾਂ, ਉਹਨੂੰ ਉਹਦੇ ਨਾਲ ਸਟਰਾਈਕ ਕਰਵਾਉਂਦੇ ਹਾਂ, ਦੈਨ ਫਿਰ ਹੈਵੀ ਨਿਊਕਲੀਆਈ ਬ੍ਰੋਕਨ ਡਾਊਨ ਇਨਟੂ ਲਾਈਟਰ ਨਿਊਕਲੀਆਈ। ਤੁਸੀਂ ਨਾ 9th-10th ਦੇ ਵਿੱਚ ਇਹ ਵਾਲੀ ਇਕੁਏਸ਼ਨ ਦੇਖੀ ਹੋਊਗੀ। ਓਕੇ ਜੀ, ਕਲੀਅਰ ਹੋ ਗਿਆ। ਦੈਨ ਆਪਾਂ ਨਿਊਟਰੋਨ ਕਿਆ ਲੈਂਦੇ ਹਾਂ, ਕਿਉਂਕਿ ਆਪਾਂ ਲੈ ਤਾਂ ਪ੍ਰੋਟੋਨ ਵੀ ਸਕਦੇ ਹਾਂ, ਬਟ ਪ੍ਰੋਟੋਨ ਕਿਉਂ ਨਹੀਂ ਲੈਂਦੇ, ਪ੍ਰੋਟੋਨ ਇਸ ਕਰਕੇ ਨਹੀਂ ਲੈਂਦੇ ਕਿਉਂਕਿ ਜਦੋਂ ਵੀ ਕੋਈ ਪ੍ਰੋਟੋਨ ਦੇ ਨਾਲ ਨਿਊਕਲੀਅਸ ਦੇ ਨਾਲ ਸਟਰਾਈਕ ਕਰੂਗਾ ਦੈਨ ਉਹਦੇ ਵਿੱਚ ਰਿਪਲਸਿਵ ਫੋਰਸਿਸ ਆਉਣ ਲੱਗ ਜਾਣਗੀਆਂ। ਜਦੋਂ ਰਿਪਲਸਿਵ ਫੋਰਸਿਸ ਆਉਣਗੀਆਂ ਦੈਨ ਉਹ ਤਾਂ ਆਪਣੇ ਵਿੱਚ ਹੀ ਕਨਫਿਊਜ਼ ਹੋ ਕੇ ਰਹਿ ਜਾਣਗੇ, ਉਹ ਨਿਊਕਲੀਅਸ ਨੂੰ ਕੀ ਬ੍ਰੇਕ ਡਾਊਨ ਕਰਨਗੇ, ਹੈ ਨਾ। ਦੈਨ ਫਿਰ ਸੋਚਿਆ ਵੀ ਤੁਸੀਂ ਸੋਚੋਗੇ ਵੀ ਇਲੈਕਟ੍ਰੋਨ ਕਿਉਂ ਨਹੀਂ ਲਿਆ, ਕਿਉਂਕਿ ਇਲੈਕਟ੍ਰੋਨ ਦਾ ਮਾਸ ਖੁਦ ਤੋਂ ਹੀ ਲਾਈਟ ਹੁੰਦਾ, ਦੈਨ ਉਹ ਹੈਵੀ ਨਿਊਕਲੀਅਰ ਨੂੰ ਕਿਸ ਤਰ੍ਹਾਂ ਤੋੜ ਸਕਦਾ ਹੈ। ਦੈਨ ਲਾਸਟ 'ਤੇ ਕੌਣ ਆਇਆ, ਨਿਊਟਰੋਨ ਆਇਆ। ਨਿਊਟਰੋਨ ਨੂੰ ਐਜ ਹੀ ਕੋਈ ਆਬਜੈਕਸ਼ਨ ਨਹੀਂ ਹੁੰਦੀ ਕਿਉਂਕਿ ਨਾ ਤਾਂ ਉਹ 'ਤੇ ਪੋਜ਼ੀਟਿਵ ਚਾਰਜ ਹੁੰਦਾ ਅਤੇ ਨਾ ਹੀ ਹੁੰਦਾ ਉਹ 'ਤੇ ਨੈਗੇਟਿਵ ਚਾਰਜ, ਇਸ ਕਰਕੇ ਆਪਾਂ ਨੇ ਕਿਹਨੂੰ ਲਿਆ, ਨਿਊਟਰੋਨ ਨੂੰ ਲਿਆ। ਠੀਕ ਹੈ, ਤਾਂ ਮੈंने ਲਿਖਿਆ ਵੀ ਹੋਇਆ why neutron is used to break the heavier nuclei, because neutron is best projectile particle and also it is not affected by attractive or repulsive force, because it is neutral particle। ਇਹ ਕੀ ਹੈ, ਇੱਕ ਨਿਊਟਰਲ ਪਾਰਟੀਕਲ ਹੈ, ਇਹਨੂੰ ਨਾ ਅਟਰੈਕਸ਼ਨ ਦੀ ਚਿੰਤਾ ਹੈ ਨਾ ਹੀ ਰਿਪਲਸ਼ਨ ਦੀ ਚਿੰਤਾ ਹੈ। ਇਹ ਸਿੰਪਲੀ ਸਟਰਾਈਕ ਕਰੂਗਾ ਯੂਰੇਨੀਅਮ ਦੇ ਨਾਲ, ਹੈਵੀਅਰ ਨਿਊਕਲੀਅਰ ਦਾ। ਹੈਵੀਅਰ ਕੌਣ ਲੈਂਦੇ ਆਪਾਂ, ਯੂਰੇਨੀਅਮ। ਜ਼ਿਆਦਾ ਮੋਸਟ ਇੰਪੋਰਟੈਂਟ ਐਗਜ਼ਾਮਪਲ ਆਪਾਂ ਯੂਰੇਨੀਅਮ ਹੀ ਲੈਂਦੇ ਹਾਂ। ਠੀਕ ਹੈ, ਯੂਰੇਨੀਅਮ ਸਟਰਾਈਕ ਕਰਦਾ ਦੈਨ ਇਟ ਮੇ ਬੀ ਬ੍ਰੋਕਨ ਡਾਊਨ ਇਨਟੂ ਦਾ 2 lighter nuclei, and along with we will get 3 neutron also। ਇਹ ਮੈਂ ਤੁਹਾਨੂੰ ਦੱਸਦੀ ਹਾਂ ਚੀਜ਼। ਠੀਕ ਹੈ, ਪਹਿਲਾਂ ਤੁਹਾਨੂੰ ਇਹ ਸਮਝ ਆ ਗਿਆ ਵੀ ਨਿਊਟਰੋਨ ਕਿਉਂ ਲੈਂਦੇ ਹਾਂ, ਇੱਥੇ ਤੱਕ ਤੁਹਾਨੂੰ ਮੈਨੂੰ ਉਮੀਦ ਹੈ ਵੀ ਤੁਹਾਨੂੰ ਸਮਝ ਆ ਗਿਆ ਹੁਣ। ਠੀਕ ਹੈ, ਹੁਣ ਦੇਖੋ ਮੈंने ਰਿਐਕਸ਼ਨ ਦੇ ਥਰੂ ਸਮਝਾਇਆ ਹੋਇਆ। ਮੰਨ ਲਓ ਆਹ ਨਿਊਟਰੋਨ ਆ, ਠੀਕ ਹੈ, ਨਿਊਕਲੀਅਸ ਦੇ ਵਿੱਚ ਦੀ ਨਿਕਲਿਆ ਦੈਨ ਸਟਰਾਈਕ ਹੋਇਆ on the uranium with the uranium heavy nuclei, uranium 23592। ਜਦੋਂ ਸਟਰਾਈਕ ਹੋਇਆ ਦੈਨ ਇਟ ਮੇ ਬੀ ਬ੍ਰੋਕਨ ਡਾਊਨ ਇਨਟੂ 2 lighter nuclei, one is barium and another one is krypton। ਠੀਕ ਹੈ, ਵੇਰੀਅਮ ਐਂਡ ਕ੍ਰਿਪਟੋਨ ਦੇ ਵਿੱਚ ਬ੍ਰੇਕ ਹੋਇਆ। ਜਦੋਂ ਇਹਦੇ ਨਾਲ ਆਪਣੇ ਕੋਲ ਕੀ ਬਣ ਗਏ, 3 ਨਿਊਟਰੋਨਸ ਬਣ ਗਏ, ਨਿਕਲੇ ਉਹ 3 ਨਿਊਟਰੋਨਸ ਵੀ ਨਿਕਲੇ ਅਤੇ ਕੁਛ ਅਮਾਊਂਟ ਦੀ ਐਨਰਜੀ ਵੀ ਨਿਕਲੇ। ਠੀਕ ਹੈ, ਹੁਣ ਸਭ ਤੋਂ ਪਹਿਲਾ ਕੁਐਸਚਨ ਤੁਹਾਡੇ ਕੋਲ ਇਹ ਆਉਂਦਾ ਹੋਊਗਾ ਵੀ ਜਿਹੜਾ ਨਿਊਟਰੋਨ ਸਟਰਾਈਕ ਕਰ ਰਿਹਾ ਉਹਦੀਆਂ 2 ਮੂਵਮੈਂਟਸ ਹੋ ਸਕਦੀਆਂ ਨੇ, ਜਾਂ ਤਾਂ ਫਾਸਟ ਜਾਂ ਸਲੋ। ਤੁਸੀਂ ਹੁਣ ਸੋਚਦੇ ਹੋਵੋਗੇ ਵੀ ਇਹ ਤਾਂ ਫਾਸਟ ਸਟਰਾਈਕ ਕੀਤਾ ਹੋਊਗਾ ਦੈਨ ਯੂਰੇਨੀਅਮ ਨੂੰ ਕੀ ਕਰਤਾ ਹੋਊਗਾ, ਇਹਨੇ ਤੋੜਤਾ ਹੋਊਗਾ, ਬ੍ਰੇਕ ਕਰਤਾ ਹੋਊਗਾ। ਨੋ, ਇਹ ਫਾਸਟ ਨਹੀਂ, ਇਹ ਸਲੋ ਮੂਵ ਕਰਦਾ। ਇਹ MCQs ਦਾ ਕੁਐਸਚਨ ਬਣਦਾ ਗਾ। ਦੈਨ ਵੀ ਆਪਣੇ ਕੋਲ ਜਿਹੜਾ ਨਿਊਟਰੋਨ ਹੈ ਉਹ ਸਲੋ ਮੂਵਿੰਗ ਹੀ ਕਿਉਂ ਲੈਂਦੇ ਆ, ਕਿਉਂਕਿ ਸਲੋ ਮੂਵਿੰਗ ਦੇ ਨਾਲ ਉਹ ਯੂਰੇਨੀਅਮ ਦੇ ਕੋਲ ਜਾਊਗਾ ਦੈਨ ਹੌਲੀ ਹੌਲੀ ਅੰਦਰ ਇੰਟਰੈਕਟ ਕਰੂਗਾ। ਇੰਟਰੈਕਟ ਕਰਨ ਦੇ ਨਾਲ ਕਿਉਂਕਿ ਅੰਦਰ ਵੀ ਸਟਰੋਂਗ ਨਿਊਕਲੀਅਰ ਫੋਰਸ ਲੱਗ ਰਹੀ ਹੈ ਨਾ, ਉਹਨੂੰ ਬ੍ਰੇਕ ਕਰੂਗਾ। ਹੌਲੀ ਹੌਲੀ ਬ੍ਰੇਕ ਕਰਨ ਤੋਂ ਬਾਅਦ ਉਹ ਬੇਰੀਅਮ ਐਂਡ ਕ੍ਰਿਪਟੋਨ ਦੇ ਵਿੱਚ ਟੁੱਟੂਗਾ। ਬਟ ਜੇ ਆਪਣੇ ਕੋਲ ਫਾਸਟ ਹੁੰਦਾ ਨਿਊਟਰੋਨ ਦੈਨ ਉਹ ਕੀ ਕਰਦਾ, ਸਿੰਪਲ ਯੂਰੇਨੀਅਮ ਦੇ ਨਾਲ ਸਟਰਾਈਕ ਕਰਦਾ, ਉਹਨੂੰ ਕੋਈ ਲੈਣਾ ਦੇਣਾ ਨਹੀਂ ਸੀਗਾ ਵੀ ਇਹਨੇ ਬ੍ਰੇਕ ਕਰਨਾ ਕਿ ਨਹੀਂ ਬ੍ਰੇਕ ਕਰਨਾ। ਉਹ ਸਿੰਪਲੀ ਇਹਨਾਂ ਦੇ ਵਿੱਚ ਹਿਲਜੁਲ ਕਰਦਾ ਹੋਇਆ ਉਹ ਅੱਗੇ ਚਲਾ ਜਾਂਦਾ, ਉਹਨੇ ਇਹਨੂੰ ਬ੍ਰੇਕ ਨਹੀਂ ਸੀ ਕਰਨਾ। ਇਸ ਕਰਕੇ ਆਪਾਂ ਨੇ ਕਿਹੜਾ ਮੂਵਮੈਂਟ ਲਿਆ ਹੈਗਾ, ਸਲੋ ਲਿਆ। ਕਲੀਅਰ। ਦੈਨ ਮੈंने ਤੁਹਾਨੂੰ ਰਿਐਕਸ਼ਨ ਦੇ ਥਰੂ ਵੀ ਦਿਖਾਇਆ ਹੋਇਆ ਵੀ ਜਦੋਂ ਇੱਕ ਨਿਊਟਰੋਨ ਯੂਰੇਨੀਅਮ ਦੇ ਨਾਲ ਟਕਰਾਉਂਦਾ ਦੈਨ ਆਪਣੇ ਕੋਲ ਸਿੰਪਲ ਪਹਿਲਾਂ ਬਣ ਜਾਂਦਾ atomic mass ਵੱਧ ਜਾਂਦਾ ਹੈ, atomic number same, then it may be broken down into 2 lighter nuclei, and along with that we will get 3 neutrons and
ਹਿਊਜ ਅਮਾਊਂਟ ਆਫ એનર્ਜੀ। ਜਿਹੜੇ 3 ਨਿਊਟਰੋਨਸ ਨਿਕਲਦੇ ਨੇ ਨਾ ਉਹ ਬਹੁਤ ਜ਼ਿਆਦਾ ਐਨਰਜੈਟਿਕ ਹੁੰਦੇ ਆ, ਉਹਨਾਂ ਕੋਲ ਮੈਕਸੀਮਮ ਅਮਾਊਂਟ ਦੀ ਐਨਰਜੀ ਹੁੰਦੀ ਆ, ਮਤਲਬ ਉਹ ਐਵੇਂ ਰਹਿ ਨਹੀਂ ਸਕਦੇ, ਉਹ ਫਿਰ ਤੋਂ ਸਟਰਾਈਕ ਕਰਦੇ ਨੇ ਨਿਊਕਲੀਅਸ ਦੇ ਨਾਲ, ਦੈਨ ਫਿਰ ਤੋਂ ਲਾਈਟਰ ਨਿਊਕਲੀਅਸ ਦੇ ਵਿੱਚ ਟੁੱਟ ਜਾਂਦੇ ਨੇ। ਠੀਕ ਹੈ, ਐਵੇਂ ਆਪਣੇ ਕੋਲ ਬਹੁਤ ਜ਼ਿਆਦਾ ਅਮਾਊਂਟ ਦੇ ਵਿੱਚ ਐਨਰਜੀ ਪ੍ਰੋਡਿਊਸ ਹੋ ਜਾਂਦੀ ਹੈ, ਉਹਨੂੰ ਬੋਲਦੇ ਨੇ ਟ੍ਰੈਮੈਂਡੀਅਸ ਐਨਰਜੀ। ਹੁਣ ਜੇ ਤਾਂ ਐਵੇਂ ਨਿਊਟਰੋਨ ਦੁਬਾਰਾ ਸਟਰਾਈਕ ਕਰੀ ਜਾਣ ਹੈ ਨਾ, ਦੈਨ ਆਪਣੇ ਕੋਲ ਕੀ ਹੁੰਦਾ ਜਾਊਗਾ, ਯੂਰੇਨੀਅਮ ਆਪਣਾ ਟੁੱਟਦਾ ਜਾਊਗਾ, ਇਟ ਮੇ ਬੀ ਬ੍ਰੋਕਨ ਡਾਊਨ ਇਨਟੂ ਦਾ ਲਾਈਟਰ ਨਿਊਕਲੀਆਈ ਐਂਡ 3 ਨਿਊਟਰੋਨਸ ਬਣਦੇ ਜਾਣਗੇ। 3 ਨਿਊਟਰੋਨਸ ਦੇ ਨਾਲ ਪਹਿਲਾਂ ਬਣਨਗੇ 3 ਨਿਊਟਰੋਨਸ ਬਣਨਗੇ, ਫਿਰ 6 ਨਿਊਟਰੋਨ ਬਣ ਗਏ, ਫਿਰ 6 ਤੋਂ ਅੱਗੇ ਕਿੰਨੇ 1 ਨਿਊਟਰੋਨ ਤੋਂ ਮੰਨ ਲਓ 3 ਨਿਊਟਰੋਨਸ ਨਿਕਲ ਰਹੇ ਨੇ ਹੈ ਨਾ, 3 ਨਿਊਟਰੋਨਸ ਨਿਕਲੇ, ਫਿਰ 1 ਨਿਊਟਰੋਨ ਤੋਂ ਫਿਰ 3 ਨਿਕਲੇ, 1 ਨਿਊਟਰੋਨ ਤੋਂ ਫਿਰ 3 ਨਿਕਲੇ, ਮਤਲਬ ਐਵੇਂ ਆਪਣੇ ਕੋਲ ਇੰਨੀ ਐਨਰਜੀ ਇਕੱਠੀ ਹੋ ਜਾਂਦੀ ਹੈ, ਉਹ 2 ਅਮਾਊਂਟਸ ਦੇ ਵਿੱਚ ਟੁੱਟ ਜਾਂਦੀ ਹੈ, ਜਾਂ ਤਾਂ ਕੰਟਰੋਲਡ ਜਾਂ ਫਿਰ ਅਨਕੰਟਰੋਲਡ ਜੇ ਹੋਈ, ਮਤਲਬ ਜੇ ਉਹਨੂੰ ਆਪਾਂ ਨੇ ਯੂਜ਼ ਨਾ ਕੀਤਾ, ਅਨਕੰਟਰੋਲਡ ਹੋਈ, ਦੈਨ ਫਿਰ ਤਾਂ ਉਹ ਨਿਊਕਲੀਅਰ ਬੰਬ ਹੋਊਗਾ, ਕਿਤੇ ਵੀ ਫਟ ਸਕਦਾ। ਬਟ ਜੇ ਉਹਨੂੰ ਆਪਾਂ ਨੇ ਕੰਟਰੋਲ ਕਰ ਲਿਆ, ਦੈਨ ਦੈਟਸ ਮੀਨ ਦਿਸ ਇਜ਼ ਨੋਨ ਐਜ਼ ਨਿਊਕਲੀਅਰ ਚੇਨ ਰਿਐਕਸ਼ਨ। ਇਹ ਕੀ ਹੈ, ਜੇ ਆਪਾਂ ਨੇ ਇਹਨੂੰ ਕੰਟਰੋਲ ਕਰ ਲਿਆ ਨਾ, ਦੈਨ ਉਹ ਨਿਊਕਲੀਅਰ ਰਿਐਕਟਰ ਦੇ ਤੌਰ 'ਤੇ ਯੂਜ਼ ਕੀਤੀ ਜਾਊਗੀ। ਕਲੀਅਰ ਹੋਇਆ? ਜਿਵੇਂ ਉਹਨੂੰ ਕੰਟਰੋਲ ਕਿਵੇਂ ਕਰਾਂਗੇ, ਹੁਣ ਦੇਖੋ 1 ਨਿਊਟਰੋਨ ਦੇ ਸਟਰਾਈਕ ਕਰਨ ਦੇ ਨਾਲ ਯੂਰੇਨੀਅਮ ਦੇ ਨਾਲ 3 ਨਿਊਟਰੋਨ ਨਿਕਲ ਰਹੇ ਨੇ, ਹੁਣ 3 ਨਿਊਟਰੋਨ ਐਵੇਂ ਫਿਰ ਅੱਗੇ ਸਟਰਾਈਕ ਕਰਨਗੇ, ਫਿਰ 3 ਨਿਊਟਰੋਨ ਨਿਕਲਣਗੇ ਹੈ ਨਾ, ਐਵੇਂ ਗਿਣਤੀ ਵੱਧਦੀ ਜਾਊ। ਜੇ ਆਪਾਂ ਐਂ ਕਰੀਏ ਵੀ 1 ਨਿਊਟਰੋਨ ਜਿਹੜਾ 1 ਨਿਊਟਰੋਨ ਆ ਹੈ ਨਾ, ਉਹਨੂੰ ਅੱਗੇ ਸਟਰਾਈਕ ਕਰ ਦਈਏ, 2 ਨਿਊਟਰੋਨਸ ਨੂੰ ਐਵੇਂ ਰੱਖ ਲਈਏ ਹੈ ਨਾ, ਫਿਰ 1 ਨਿਊਟਰੋਨ ਨੂੰ ਸਟਰਾਈਕ ਕਰਾ ਦਈਏ, ਫਿਰ 2 ਨਿਊਟਰੋਨਸ ਨੂੰ ਐਵੇਂ ਰੱਖ ਲਈਏ, ਦੈਨ ਉਹਨਾਂ ਦੀ ਜਿਹੜੀ ਐਨਰਜੀ ਹੋਊਗੀ ਐਵੇਂ ਰੱਖਿਆ ਨੂੰ, ਉਹਨਾਂ ਨੂੰ ਆਪਾਂ ਕੰਟਰੋਲ ਵੇ ਦੇ ਵਿੱਚ ਯੂਜ਼ ਕਰ ਸਕਦੇ ਹਾਂ, ਨਿਊਕਲੀਅਰ ਰਿਐਕਟਰ ਦੇ ਤੌਰ 'ਤੇ ਯੂਜ਼ ਕਰ ਸਕਦੇ ਹਾਂ। ਇਸ ਕਰਕੇ ਨਿਊਕਲੀਅਰ ਚੇਨ ਚੇਨ ਹੀ ਬਣ ਜਾਂਦੀ ਹੈ ਇੱਕ, ਵੀ 1 ਯੂਰੇਨੀਅਮ ਜਦੋਂ ਨਿਊਟਰੋਨ ਦੇ ਨਾਲ ਸਟਰਾਈਕ ਕੀਤਾ, ਦੈਨ 3 ਨਿਊਟਰੋਨ ਬਣੇ, ਇਟ ਬ੍ਰੋਕ ਡਾਊਨ ਇਨਟੂ ਦਾ ਲਾਈਟਰ ਨਿਊਕਲੀਆਈ, ਫਿਰ ਨਿਊਟਰੋਨ ਸਟਰਾਈਕ ਕੀਤਾ, ਦੈਨ ਨਿਊਟਰੋਨ ਦੇਖੋ 1 ਮੈਨੇ ਲੋਸਟ ਰੱਖਤਾ, ਮਤਲਬ ਇਹਨਾਂ ਨੂੰ ਆਪਾਂ ਕੰਟਰੋਲਡ ਰਿਐਕਸ਼ਨ ਦੇ ਲਈ ਯੂਜ਼ ਕਰ ਸਕਦੇ ਹਾਂ। ਮਤਲਬ 2 ਨਿਊਟਰੋਨਸ ਨੂੰ ਮੈਨੇ ਅੱਗੇ ਸਟਰਾਈਕ ਕਰਵਾਤਾ, ਐਂਡ ਤੁਸੀਂ 1 ਨੂੰ ਵੀ ਸਟਰਾਈਕ ਕਰਵਾ ਸਕਦੇ ਜਿਵੇਂ ਮੈਨੇ ਤੁਹਾਨੂੰ ਦੱਸਿਆ। ਇਸ ਕਰਕੇ ਆਪਾਂ ਐਵੇਂ ਐਨਰਜੀ ਨੂੰ ਕੰਟਰੋਲ ਕਰ ਸਕਦੇ ਹਾਂ ਬਾਏ ਦਾ ਨਿਊਕਲੀਅਰ ਫਿਜ਼ਨ ਪ੍ਰੋਸੈਸ। ਫਿਜ਼ਨ ਵੀ ਹੋ ਰਹੀ ਆ ਕਿਉਂਕਿ ਨਿਊਟਰੋਨ ਸਟਰਾਈਕ ਵੀ ਕਰ ਰਹੇ ਆ, ਲਾਈਟਰ ਨਿਊਕਲੀਆਈ ਦੇ ਵਿੱਚ ਵੀ ਟੁੱਟ ਰਿਹਾ, ਲਾਈਟਰ ਨਿਊਕਲੀਆਈ ਦੇ ਵਿੱਚ ਟੁੱਟ ਰਿਹਾ, ਦੈਨ ਇਹਦੇ ਨਾਲ ਕੀ ਹੋਊਗਾ, ਆਪਣੇ ਕੋਲ ਨਿਊਟਰੋਨ ਵੀ ਪ੍ਰੋਡਿਊਸ ਹੋਣਗੇ, ਉਹਨਾਂ ਨੂੰ ਵੀ ਆਪਾਂ ਅੱਗੇ ਦੀ ਅੱਗੇ ਕੰਟਰੋਲ ਕਰਦੇ ਜਾ ਰਹੇ ਹਾਂ। ਸਮਝ ਆ ਗਿਆ ਨਾ? ਮੈਨੂੰ ਉਮੀਦ ਆ ਵੀ ਤੁਹਾਨੂੰ ਇਹ ਨਿਊਕਲੀਅਰ ਫਿਜ਼ਨ ਵਾਲਾ ਫੰਡਾ ਪੂਰਾ ਮਤਲਬ ਟੌਪਿਕ ਚੰਗੀ ਤਰ੍ਹਾਂ ਸਮਝ ਆ ਗਿਆ ਹੁਣ। ਠੀਕ ਹੈ ਜੀ, ਅੱਗੇ ਆਪਾਂ ਨਿਊਕਲੀਅਰ ਰਿਐਕਟਰ ਬਾਰੇ ਪੜ੍ਹਾਂਗੇ। ਨਿਊਕਲੀਅਰ ਰਿਐਕਟਰ ਕੀ ਹੁੰਦਾ ਹੈ, ਨਿਊਕਲੀਅਰ ਰਿਐਕਟਰ ਤੋਂ ਬਾਅਦ ਆਪਾਂ ਨਿਊਕਲੀਅਰ ਫਿਊਜ਼ਨ ਪੜ੍ਹਾਂਗੇ। ਫਿਊਜ਼ਨ ਦਾ ਵੈਸੇ ਤਾਂ ਸਮਝ ਆ ਹੀ ਗਈ, ਜ਼ਿਆਦਾ ਇਹਦਾ ਕੁਐਸਚਨ ਨਹੀਂ ਬਣਦਾ। ਫਿਊਜ਼ਨ ਦਾ ਸਿੰਪਲ ਇਹੀ ਹੁੰਦੀ ਆ ਵੀ ਜਦੋਂ ਲਾਈਟਰ ਨਿਊਕਲੀਆਈ ਕਿਹ 'ਚ ਕੰਬਾਈਨ ਹੋ ਜਾਂਦੇ ਆ ਇਨਟੂ ਦਾ ਹੈਵੀ ਨਿਊਕਲੀਆਈ, ਇਟਸ ਮੀਨ ਦਿਸ ਇਜ਼ ਨੋਨ ਐਜ਼ ਨਿਊਕਲੀਅਰ ਫਿਊਜ਼ਨ। ਕਲੀਅਰ ਹੋਇਆ? ਮੇਨ ਇੰਪੋਰਟੈਂਟ ਨਿਊਕਲੀਅਰ ਫਿਜ਼ਨ ਸੀ, ਇਸ ਕਰਕੇ ਮੈंने ਜ਼ਿਆਦਾ ਟਾਈਮ ਉਸੇ ਨਿਊਕਲੀਅਰ ਫਿਜ਼ਨ 'ਤੇ ਲਗਾਇਆ। ਮੈਨੂੰ ਉਮੀਦ ਹੈ ਵੀ ਤੁਹਾਨੂੰ ਸਾਰਾ ਟੌਪਿਕ ਕਲੀਅਰ ਹੋ ਗਿਆ ਹੋਣਾ ਵੀ ਕਿਸ ਤਰ੍ਹਾਂ ਐਨਰਜੀ ਨੂੰ ਆਪਾਂ ਗੈਟ ਕਰਦੇ ਹਾਂ ਡਿਊ ਟੂ ਦਾ ਬਾਈਂਡਿੰਗ ਐਨਰਜੀ। ਨਿਊਟਰੋਨ ਨੂੰ ਕਿਉਂ ਯੂਜ਼ ਕਰਦੇ ਆ, ਪ੍ਰੋਟੋਨ ਨੂੰ ਕਿਉਂ ਨਹੀਂ ਯੂਜ਼ ਕਰਦੇ, ਕਿਉਂਕਿ ਉਹਦਾ ਵੀ ਹੈਵੀ ਮਾਸ ਹੁੰਦਾ, ਕਿਉਂਕਿ ਡਿਊ ਟੂ ਦਾ ਰਿਪਲਸਿਵ ਫੋਰਸਿਸ। ਜੇ ਨਿਊਟਰੋਨ ਨੂੰ ਯੂਜ਼ ਕਰ ਰਹੇ ਹਾਂ ਦੈਨ ਦੇਅਰ ਇਜ਼ ਨੋ ਕਨਫਿਊਜ਼ਨ ਬਿਟਵੀਨ ਦਾ ਅਟਰੈਕਟਿਵ ਐਂਡ ਰਿਪਲਸਿਵ ਫੋਰਸ, ਸੋ ਵੀ ਯੂਜ਼ ਨਿਊਟਰੋਨ ਟੂ ਬ੍ਰੇਕ ਦਾ ਨਿਊਕਲੀਅਸ। ਓਕੇ ਬੇਟਾ, ਟੂ ਬ੍ਰੇਕ ਦਾ ਹੈਵੀ ਨਿਊਕਲੀਅਰ। ਫਿਰ ਉਸ ਤੋਂ ਬਾਅਦ ਮੈंने ਤੁਹਾਨੂੰ ਰਿਐਕਸ਼ਨ ਦੇ ਥਰੂ ਸਮਝਾਇਆ, ਫਿਰ ਉਸ ਤੋਂ ਬਾਅਦ ਨਿਊਕਲੀਅਰ ਚੇਨ ਰਿਐਕਸ਼ਨ ਕੀ ਹੁੰਦਾ, ਇਹ ਸਾਰੀ ਚੀਜ਼ ਦੱਸੀ। ਠੀਕ ਹੈ, ਇਸ ਵੀਡੀਓ ਦੇ ਵਿੱਚ ਤਾਂ ਇੰਨਾ ਹੀ ਹੈਗਾ। ਮੈਨੂੰ ਉਮੀਦ ਹੈ ਵੀ ਤੁਹਾਨੂੰ ਇਹ ਵਾਲਾ ਟੌਪਿਕ 'ਚ ਚੰਗੀ ਤਰ੍ਹਾਂ ਸਮਝ ਆ ਗਿਆ ਹੋਣਾ। ਓਕੇ ਬੇਟਾ, ਥੈਂਕ ਯੂ।